ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਤੋਂ ਹੈਡ ਗ੍ਰੰਥੀ ਭਾਈ ਬਚਿੱਤਰ ਸਿੰਘ ਭਾਮੜੀ ਵੀ ਇੱਥੇ ਪਹੁੰਚੇ ਨੇ। ਇਹ ਜੋ ਜਿੱਥੇ ਜਿੱਥੇ ਵੀ ਅੰਦੋਲਨ ਚੱਲ ਰਿਹਾ, ਲੋਕ ਇਹਨੂੰ ਹੁਣ ਧਰਮ ਸਥਾਨ ਸਮਝਣ ਲੱਗ ਪਏ ਨੇ। ਕਈ ਸੰਗਤਾਂ ਤੇ ਕੇਵਲ ਦਰਸ਼ਨ ਕਰਨ ਆਉਂਦੀਆਂ ਨੇ। ਮੋਦੀ ਸਰਕਾਰ ਦਾ ਮਨੋਰਥ ਇਹ ਨਹੀਂ ਆ ਕਿ ਕਿਸਾਨਾਂ ਨੂੰ ਮਾਰਿਆ ਜਾਏ। ਸਰਕਾਰਾਂ ਹਮੇਸ਼ਾ ਹੀ ਅੰਦੋਲਨਾਂ ਨੂੰ ਬਦਲਣਾ ਚਾਹੁੰਦੀਆਂ ਨੇ। ਵੀ ਵਜ਼ੀਰ ਖਾਂ ਜਿਹੜਾ ਸੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੇ ਦੇ ਸਾਹਿਬਜ਼ਾਦਿਆਂ ਨੂੰ ਮਾਰਨਾ ਨਹੀਂ ਸੀ ਚਾਹੁੰਦਾ। 4-5 ਮੁਲਾਕਾਤਾਂ ਕਰਨ ਦਾ ਅਰਥ ਕੀ ਸੀ? ਵੀ ਇਹ ਬਦਲ ਜਾਣ, ਇਹ ਤਬਦੀਲ ਹੋ ਜਾਣ। ਪਰ ਉਹਨਾਂ ਬੱਚਿਆਂ ਦੀ ਦ੍ਰਿੜਤਾ ਨੇ, ਮਾਤਾ ਦੀ ਦ੍ਰਿੜਤਾ ਨੇ ਇਤਿਹਾਸ ਬਦਲ ਦਿੱਤਾ, ਪਰ ਉਹ ਬੱਚੇ ਨਹੀਂ ਬਦਲੇ। ਸਾਨੂੰ ਉਹਨਾਂ ਦੀ ਗੁੜਤੀ ਹੈ। ਲੋਕ ਤੇ ਹੈਰਾਨ ਨੇ, ਦਿੱਲੀ ਦੇ ਇਰਦ ਗਿਰਦ ਰਹਿਣ ਵਾਲੇ ਜਿਹੜੇ ਵੇਖ ਰਹੇ ਨੇ ਵੀ ਕੋਈ ਘਰ ਨਹੀਂ ਆ ਇਹਨਾਂ ਸਥਾਨਾਂ ਤੇ, ਟੈਂਟਾਂ ਦੇ ਵਿੱਚ ਰਹਿਣਾ। ਇਹਨਾਂ ਦੇ ਪਿੱਛੇ ਸ਼ਕਤੀ ਕਿਹੜੀ ਕੰਮ ਕਰ ਰਹੀ ਹੈ? ਇਹਨਾਂ ਪਿੱਛੇ ਸ਼ਕਤੀ ਕੰਮ ਕਰ ਰਹੀ ਹੈ ਨੰਨੀਆਂ ਮੁੰਨੀਆਂ ਛੋਟੀਆਂ ਜਿੰਦਾਂ ਦੀ ਦਿੱਤੀ ਹੋਈ ਸ਼ਹਾਦਤ ਦੀ। ਵੀ ਉਹ ਠੰਡੇ ਬੁਰਜ ਵਿੱਚ ਨਹੀਂ ਡੋਲੇ, ਉਹ ਵਜ਼ੀਰ ਖਾਨ ਦੇ ਦਰਬਾਰ ਵਿੱਚ ਨਹੀਂ ਡੋਲੇ। ਉਹ ਸ਼ਕਤੀ ਇਹਨਾਂ ਦੇ ਪਿੱਛੇ ਇਹਨਾਂ ਨੂੰ ਮੋਰਲ ਸਪੋਰਟ ਮਿਲੀ ਹੋਈ ਹੈ। ਹਰ ਗੁਰਦੁਆਰੇ ਵਿੱਚ ਇਸ ਅੰਦੋਲਨ ਦੀ ਜਿੱਤ ਲਈ ਅਰਦਾਸਾਂ ਹੋ ਰਹੀਆਂ ਨੇ। ਜਿਸ ਅੰਦੋਲਨ ਨਾਲ ਜਨ ਸਮੂਹ ਜੁੜ ਜਾਏ, ਜਨ ਸਮੂਹ ਦੀ ਮੋਰਲ ਸਪੋਰਟ ਜਿਹਨੂੰ ਮਿਲ ਜਾਏ, ਬਾਹਰੀ ਸਪੋਰਟ ਮਿਲ ਜਾਏ, ਉਸ ਅੰਦੋਲਨ ਨੂੰ ਕਦੀ ਕੋਈ ਹਰਾ ਨਹੀਂ ਸਕਦਾ। ਆ ਦਿੱਲੀ ਦੇ ਰੋਡਾਂ ਪਹਿਲੀ ਵਾਰ ਕਵਰ ਨਹੀਂ ਹੋਈਆਂ। ਜਦੋਂ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਗਿਆ, ਉਸ ਵਕਤ 700 ਸਿੱਖਾਂ ਦੀਆਂ ਜਿਹੜੀਆਂ ਧੌਣਾਂ ਸਨ, ਗਰਦਨਾਂ ਸਨ, ਉਹ ਕੱਟ ਕੇ ਨੇਜਿਆਂ ਤੇ ਟੰਗੀਆਂ ਹੋਈਆਂ ਸਨ। ਸਿੱਖ ਤੇ ਉਦੋਂ ਨਹੀਂ ਡੋਲੇ। ਕਿਸਾਨੀ ਅੰਦੋਲਨ ਨੂੰ ਵੱਡੇ ਪੱਧਰ ਤੇ ਹਮਾਇਤ ਮਿਲਦੀ ਨਜ਼ਰ ਆ ਰਹੀ ਹੈ। ਪੰਜਾਬ ਦੇ ਲੋਕਾਂ ਨੇ ਲੀਡ ਕੀਤਾ, ਹਰਿਆਣਾ ਨਾਲ ਜੁੜ ਗਿਆ, ਦੂਸਰੇ ਸੂਬੇ ਵੀ ਨਾਲ ਖੜੇ ਨੇ ਤੇ ਵੱਖ-ਵੱਖ ਸਮੁਦਾਇਆਂ ਤੋਂ ਸ਼ਖਸੀਅਤਾਂ ਵੀ ਪਹੁੰਚ ਰਹੀਆਂ ਨੇ। ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਤੋਂ ਹੈਡ ਗ੍ਰੰਥੀ ਭਾਈ ਬਚਿੱਤਰ ਸਿੰਘ ਭਾਮੜੀ ਵੀ ਇੱਥੇ ਪਹੁੰਚੇ ਨੇ। ਸਟੇਜ ਤੇ ਵੀ ਸਪੀਚ ਦਿੱਤੀ ਤੇ ਉਹਨਾਂ ਨੇ ਇਹ ਹੌਸਲਾ ਵੀ ਦਿੱਤਾ ਕਿਸਾਨਾਂ ਨੂੰ ਕਿ ਡਟ ਕੇ ਖੜੇ ਰਹੋ ਸਰਕਾਰ ਦੇ ਅੱਗੇ। ਇਸੇ ਕਰਕੇ ਇਸੇ ਤਰ੍ਹਾਂ ਲੋਕਾਂ ਦਾ ਸਪੋਰਟ ਮਿਲ ਰਿਹਾ, ਤਾਂ ਹੀ ਇਹ ਕਿਸਾਨ ਵੀ ਡਟ ਕੇ ਖੜੇ ਆ। ਦਿੱਲੀ ਦੇ ਬਾਰਡਰਾਂ ਦੇ ਉੱਪਰ ਇੰਨੀ ਠੰਡ ਦੇ ਵਿੱਚ ਵੀ ਕਹਿੰਦੇ ਮੋਰਚਾ ਫਤਿਹ ਕਰਕੇ ਮੁੜਨਾ। ਬਸ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ ਜੀ। ਕਿਸ ਤਰ੍ਹਾਂ ਦੇਖਦੇ ਹੋ ਇਸ ਅੰਦੋਲਨ ਨੂੰ ਤੁਸੀਂ, ਕਿਉਂਕਿ ਲਗਾਤਾਰ ਠੰਡ ਵੀ ਵੱਧ ਰਹੀ ਹੈ, ਠੰਡ ਦੇ ਵਿੱਚ ਵੀ ਡਟ ਕੇ ਖੜਾ ਹੈ ਕਿਸਾਨ। ਬੇਨਤੀ ਹੈ, ਕਿਸਾਨ ਚਾਹੇ ਗਰਮੀ ਹੋਏ ਤੇ ਚਾਹੇ ਸਰਦੀ ਹੋਏ, ਖੇਤੀ ਤੇ ਉਹਨੇ ਆਕਾਸ਼ ਦੇ ਥੱਲੇ ਕਰਨੀ ਆ। ਤੇ ਪਾਣੀ ਵੀ ਖੇਤਾਂ ਨੂੰ ਲਾਉਂਦਾ ਸਰਦੀ ਵਿੱਚ, ਉਦੋਂ ਵੀ ਕਹਿਰ ਦੀ ਠੰਡ ਹੁੰਦੀ ਆ। ਹੁਣ ਤੇ ਫਿਰ ਵੀ ਇਹਨਾਂ ਨੂੰ ਲੋਕਾਂ ਦੀ ਇੰਨੀ ਸਪੋਰਟ ਮਿਲ ਰਹੀ ਆ, ਲੋਕਾਂ ਵੱਲੋਂ ਮਾਣ ਮਿਲਣਾ ਸ਼ੁਰੂ ਹੋ ਗਿਆ। ਇਹ ਜੋ ਜਿੱਥੇ ਜਿੱਥੇ ਵੀ ਅੰਦੋਲਨ ਚੱਲ ਰਿਹਾ, ਲੋਕ ਇਹਨੂੰ ਹੁਣ ਧਰਮ ਸਥਾਨ ਸਮਝਣ ਲੱਗ ਪਏ ਨੇ। 10 ਹੈਡ ਗ੍ਰੰਥੀ ਹੈ। ਕਈ ਸੰਗਤਾਂ ਤੇ ਕੇਵਲ ਦਰਸ਼ਨ ਕਰਨ ਆਉਂਦੀਆਂ ਨੇ, ਬਲੈਸਿੰਗ ਦੇਣ ਆਉਂਦੀਆਂ ਨੇ ਕਿਸਾਨਾਂ ਦੀ ਦ੍ਰਿੜਤਾ ਨੂੰ, ਹੌਸਲੇ ਨੂੰ। ਮੈਂ ਪਹਿਲਾਂ ਵੀ ਕਈ ਵਾਰ ਇੱਥੇ ਕਿਸਾਨੀ ਅੰਦੋਲਨ 'ਚ ਬੋਲ ਗਿਆ। ਮੋਦੀ ਸਰਕਾਰ ਦਾ ਮਨੋਰਥ ਇਹ ਨਹੀਂ ਆ ਕਿ ਕਿਸਾਨਾਂ ਨੂੰ ਮਾਰਿਆ ਜਾਏ। ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਕਈ ਟੀਵੀ ਚੈਨਲਾਂ ਤੋਂ, ਸਰਕਾਰਾਂ ਹਮੇਸ਼ਾ ਹੀ ਅੰਦੋਲਨਾਂ ਨੂੰ ਬਦਲਣਾ ਚਾਹੁੰਦੀਆਂ ਨੇ ਵੀ ਇਹਨਾਂ ਨੂੰ ਬਦਲਿਆ ਜਾਏ, ਤਬਦੀਲ ਕੀਤਾ ਜਾਏ। ਔਰ ਜਿਹੜੇ ਦ੍ਰਿੜਤਾ ਵਾਲੇ ਹੁੰਦੇ ਨੇ ਉਹ ਬਦਲਦੇ ਨਹੀਂ ਆ, ਉਹ ਬਦਲਣ ਵਾਲੇ ਨੂੰ ਬਦਲ ਦਿੰਦੇ ਨੇ। ਇਹਦੀ ਮੈਂ ਐਗਜ਼ਾਮਪਲ ਦਿੰਦਾ ਹੁੰਦਾ ਇੱਕ, ਵੀ ਵਜ਼ੀਰ ਖਾਂ ਜਿਹੜਾ ਸੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੇ ਦੇ ਸਾਹਿਬਜ਼ਾਦਿਆਂ ਨੂੰ ਮਾਰਨਾ ਨਹੀਂ ਸੀ ਚਾਹੁੰਦਾ। ਉਹ ਮਾਰ ਕੇ ਸ਼ਹੀਦ ਨਹੀਂ ਸੀ ਕਰਨਾ ਚਾਹੁੰਦਾ, ਸ਼ਹੀਦ ਦੀ ਪਦਵੀ ਤੇ ਨਹੀਂ ਪਹੁੰਚਾਉਣਾ ਚਾਹੁੰਦਾ ਸੀ। ਜੇ ਉਹਨੇ ਮਾਰਨਾ ਹੀ ਹੁੰਦਾ ਤੇ ਪਹਿਲੇ ਦਿਨ ਹੀ ਕਹਿੰਦਾ ਵੀ ਇਹਨਾਂ ਬੱਚਿਆਂ ਨੂੰ ਮਾਰ ਦਿਓ। 4-5 ਮੁਲਾਕਾਤਾਂ ਕਰਨ ਦਾ ਅਰਥ ਕੀ ਸੀ? ਵੀ ਇਹ ਬਦਲ ਜਾਣ, ਇਹ ਤਬਦੀਲ ਹੋ ਜਾਣ। ਪਰ ਉਹਨਾਂ ਬੱਚਿਆਂ ਦੀ ਦ੍ਰਿੜਤਾ ਨੇ, ਮਾਤਾ ਦੀ ਦ੍ਰਿੜਤਾ ਨੇ ਇਤਿਹਾਸ ਬਦਲ ਦਿੱਤਾ, ਪਰ ਉਹ ਬੱਚੇ ਨਹੀਂ ਬਦਲੇ। ਸਾਨੂੰ ਉਹਨਾਂ ਦੀ ਗੁੜਤੀ ਹੈ। ਕਹਿਰ ਦੀ ਠੰਡ ਪੈ ਰਹੀ ਸੀ ਤੇ ਮੈਨੂੰ ਸੰਗਤਾਂ ਨਾਨਕ ਪਿਓ ਦੀਆਂ, ਸੀਸਗੰਜ ਦੀਆਂ ਕਹਿਣ ਲੱਗੀਆਂ, ਇਹ ਵਿਚਾਰੇ ਕਿੱਦਾਂ ਰਹਿੰਦੇ ਹੋਣਗੇ, ਇਹਨਾਂ ਕੋਲ ਮੋਰਲ ਸਪੋਰਟ ਕੀ ਆ? ਵੀ ਜਿਹੜੇ ਲੋਕ ਤੇ ਹੈਰਾਨ ਨੇ, ਦਿੱਲੀ ਦੇ ਇਰਦ ਗਿਰਦ ਰਹਿਣ ਵਾਲੇ ਜਿਹੜੇ ਵੇਖ ਰਹੇ ਨੇ ਵੀ ਕੋਈ ਘਰ ਨਹੀਂ ਆ ਇਹਨਾਂ ਸਥਾਨਾਂ ਤੇ, ਟੈਂਟਾਂ ਦੇ ਵਿੱਚ ਰਹਿਣਾ। ਇਹਨਾਂ ਦੇ ਪਿੱਛੇ ਸ਼ਕਤੀ ਕਿਹੜੀ ਕੰਮ ਕਰ ਰਹੀ ਆ? ਕੋਈ ਰਾਜਨੀਤਿਕ ਸ਼ਕਤੀ ਕੰਮ ਕਰ ਰਹੀ ਹੈ ਨਾ? ਇਹ ਤੇ ਜਾਣ ਕੇ ਜੋੜਿਆ ਜਾ ਰਿਹਾ। ਇਹਨਾਂ ਪਿੱਛੇ ਸ਼ਕਤੀ ਕੰਮ ਕਰ ਰਹੀ ਹੈ ਮਾਤਾ ਗੁਜਰੀ ਜੀ ਦੀ, ਜਿਹੜੀ ਉਹਨਾਂ ਨੇ ਇਤਿਹਾਸ ਸਿਰਜਿਆ। ਠੰਡੇ ਬੁਰਜ ਵਿੱਚ ਰਹਿ ਕੇ ਠੰਡ ਦੀਆਂ ਰਾਤਾਂ ਵਿੱਚ ਉਹ ਡੋਲੇ ਨੇ। ਇਹਨਾਂ ਪਿੱਛੇ ਸ਼ਕਤੀ ਕੰਮ ਕਰ ਰਹੀ ਹੈ ਨੰਨੀਆਂ ਮੁੰਨੀਆਂ ਛੋਟੀਆਂ ਜਿੰਦਾਂ ਦੀ ਦਿੱਤੀ ਹੋਈ ਸ਼ਹਾਦਤ ਦੀ। ਵੀ ਉਹ ਠੰਡੇ ਬੁਰਜ ਵਿੱਚ ਨਹੀਂ ਡੋਲੇ, ਉਹ ਵਜ਼ੀਰ ਖਾਨ ਦੇ ਦਰਬਾਰ ਵਿੱਚ ਨਹੀਂ ਡੋਲੇ। ਉਹ ਸ਼ਕਤੀ ਇਹਨਾਂ ਦੇ ਪਿੱਛੇ ਇਹਨਾਂ ਨੂੰ ਮੋਰਲ ਸਪੋਰਟ ਮਿਲੀ ਹੋਈ ਹੈ, ਖਾਸ ਤੌਰ ਤੇ ਜਿਹੜੇ ਪੰਜਾਬੀ ਨੇ, ਹਰਿਆਣਵੀ ਨੇ, ਜਿਹੜੇ ਵੀ ਨੇ। ਔਰ ਪੰਜਾਬ ਨੇ ਇਹਨੂੰ ਲੀਡ ਕੀਤਾ। ਦੂਸਰੀ ਗੱਲ ਇਹ ਹੈ, ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ, ਗੁਰਬਾਣੀ ਦਾ ਵੀ ਬਚਨ ਹੈ, ਕਿਰਸਾਨੀ ਜਿਉ ਰਾਖਿਆ ਰਖਵਾਲਾ,
ਜਿਹੜਾ ਕਿਸਾਨ ਆ ਕਿਸਾਨੀ ਕਰਕੇ ਖੇਤੀ ਬੀਜ ਕੇ ਉਹਦੀ ਰਾਖੀ ਕਰਦਾ ਹੈ। ਤੁਸੀਂ ਪੰਜਾਬ ਨਾਲ ਸੰਬੰਧਿਤ ਹੋ, ਮੈਂ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਹਾਂ, ਖੇਤੀ ਕਰਦੇ ਰਹੇ, ਸਾਡੇ ਦਾਦੇ ਪੜਦਾਦੇ ਪਿਤਾ ਵੀ ਖੇਤੀ ਕਰਦੇ ਰਹੇ। ਅਸੀਂ ਖੇਤੀ ਕਰਕੇ ਉਹਨੂੰ ਵਾੜ ਦਿੰਦੇ ਹਾਂ। ਜੈਸੇ ਬਾਰ ਦੀਏ ਖੇਤ ਸ਼ੁਭਤ ਨਾ ਮਿਰਗ ਨਾਲ, ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਖੇਤੀ ਨੂੰ ਵਾੜ ਕੀਤੀ ਜਾਏ ਨਾ, ਤੇ ਉਸ ਵਾੜ ਦਾ ਫਾਇਦਾ ਪਤਾ ਕੀ ਹੁੰਦਾ? ਨਾ ਤੇ ਉਹਨੂੰ ਕੋਈ ਪੰਛੀ ਉਜਾੜ ਸਕਦਾ, ਨਾ ਕੋਈ ਤੁਰਿਆ ਜਾਂਦਾ ਉਜਾੜ ਸਕਦਾ। ਸਾਨੂੰ ਪਤਾ ਵੀ ਖੇਤੀ ਦੀ ਵਾੜ ਜ਼ਰੂਰ ਚਾਹੀਦੀ ਆ। ਅੱਜ ਇੱਥੇ ਜਿਹੜੀ ਵਾੜ ਕੀਤੀ ਆ ਇਹਨਾਂ ਬਾਰਡਰਾਂ ਤੇ, ਦਿੱਲੀ ਨੂੰ ਬੰਦ ਕੀਤਾ, ਇਹਦਾ ਮਨੋਰਥ ਇਹ ਹੈ ਕਿ ਆਪਣੀਆਂ ਖੇਤੀਆਂ ਨੂੰ ਸਾਂਭ ਸਕਣ, ਔਰ ਇਹ ਹਰ ਹਾਲਤ ਵਿੱਚ ਕਾਮਯਾਬ ਹੋਣਗੇ, ਕਿਉਂਕਿ ਜਨ ਸਮੂਹ ਇਹਦੇ ਨਾਲ ਆ। ਜਨ ਸਮੂਹ ਦੀ ਮੋਰਲ ਸਪੋਰਟ ਇਹਦੇ ਨਾਲ ਆ, ਬਾਹਰੀ ਸਪੋਰਟ ਇਹਦੇ ਨਾਲ ਆ। ਹਰ ਗੁਰਦੁਆਰੇ ਵਿੱਚ ਇਸ ਅੰਦੋਲਨ ਦੀ ਜਿੱਤ ਲਈ ਅਰਦਾਸਾਂ ਹੋ ਰਹੀਆਂ ਨੇ। ਜਿਸ ਅੰਦੋਲਨ ਨਾਲ ਜਨ ਸਮੂਹ ਜੁੜ ਜਾਏ, ਜਨ ਸਮੂਹ ਦੀ ਮੋਰਲ ਸਪੋਰਟ ਜਿਹਨੂੰ ਮਿਲ ਜਾਏ, ਬਾਹਰੀ ਸਪੋਰਟ ਮਿਲ ਜਾਏ, ਉਸ ਅੰਦੋਲਨ ਨੂੰ ਕਦੀ ਕੋਈ ਹਰਾ ਨਹੀਂ ਸਕਦਾ। ਅਜੇ ਤੱਕ ਸਰਕਾਰ ਉਸੇ ਚੀਜ਼ ਤੇ ਅੜੀ ਹੋਈ ਆ, ਲਗਾਤਾਰ ਪ੍ਰੋਟੈਸਟ ਕਰ ਰਹੇ ਆ, ਦਿੱਲੀ ਦੇ ਬਾਰਡਰਾਂ ਦੇ ਉੱਪਰ ਡਟ ਕੇ ਖੜੇ ਆ ਕਿਸਾਨ। ਹਜੇ ਵੀ ਸਰਕਾਰ ਉਸੇ ਗੱਲ ਤੇ ਹੈ ਕਿ ਸੋਧ ਕਰ ਦਿਆਂਗੇ ਅਸੀਂ, ਰੱਦ ਨਹੀਂ ਹੋ ਸਕਦੇ ਕਾਨੂੰਨ, ਪਰ ਹਜੇ ਵੀ ਸਰਕਾਰ ਦਾ ਸਟੈਂਡ ਕਲੀਅਰ ਹੈ। ਉਹੀ ਸਰਕਾਰ ਅਸਲ 'ਚ ਇਹ ਜਿਹੜਾ ਬਿੱਲ ਵਾ ਨਾ, ਜਿਵੇਂ ਮੈਂ ਸੋਸ਼ਲ ਮੀਡੀਆ ਤੇ ਕਈ ਜਗ੍ਹਾ ਤੇ ਪੜ੍ਹਿਆ, ਇਹ ਸਰਕਾਰ ਨੇ ਬਣਾਇਆ ਹੀ ਨਹੀਂ ਆ, ਇਹ ਬਣਾਇਆ ਅਡਾਨੀਆਂ ਅੰਬਾਨੀਆਂ ਨੇ। ਸਰਕਾਰ ਨੇ ਕੇਵਲ ਪੇਸ਼ ਕੀਤਾ ਹੈ। ਇਸ ਬਣੇ ਹੋਏ ਜਿਹੜਾ ਕਾਨੂੰਨ ਹੈ ਇਹਦੇ ਪਿੱਛੇ ਅਡਾਨੀ ਤੇ ਅੰਬਾਨੀ ਦੀ ਸੋਚ ਹੈ। ਇਹਨਾਂ ਨੇ ਕੇਵਲ ਮੋਹਰ ਲਾਈ ਹੈ, ਔਰ ਇਹ ਵਿਕੇ ਹੋਏ ਨੇ ਉਹਨਾਂ ਕੋਲੋਂ। ਔਰ ਵਿਕਿਆ ਹੋਇਆ ਆਦਮੀ ਆਪਣੀ ਜ਼ਮੀਰ ਨੂੰ ਵੇਚ ਦਿੰਦਾ ਹੈ, ਆਪਣੇ ਇਖਲਾਕ ਨੂੰ ਵੇਚ ਦਿੰਦਾ ਹੈ, ਆਪਣੀ ਪਦਵੀ ਦੀ ਪਰਵਾਹ ਨਹੀਂ ਕਰਦਾ। ਔਰ ਇਹ ਜਿਹੜਾ ਮੈਂ ਕਈ ਵਾਰ ਇਹ ਵੀ ਬੇਨਤੀ ਕੀਤੀ ਵੀ ਜਦ ਬੰਦਾ ਬਹੁਤ ਜ਼ਿਆਦਾ ਨਸ਼ਾ ਪੀ ਲੈਂਦਾ ਨਾ, ਉਹ ਡਿੱਗ ਪੈਂਦਾ ਹੈ। ਉਹਨੂੰ ਪਤਾ ਨਹੀਂ ਲੱਗਦਾ ਵੀ ਉਹਦੇ ਨਾਲ ਕੀ ਹੋ ਰਿਹਾ, ਕੌਣ ਨੂੰ ਲੱਤਾਂ ਮਾਰ ਰਿਹਾ, ਕੌਣ ਉਹਨੂੰ ਬੁਰਾ ਕਹਿ ਰਿਹਾ। ਔਰ ਉਸ ਨੂੰ ਹੋਸ਼ ਵਿੱਚ ਲਿਆਉਣ ਲਈ ਸਮਾਂ ਚਾਹੀਦਾ, ਸਮੇਂ ਦੇ ਨਾਲ ਕੋਈ ਪਦਾਰਥ ਚਾਹੀਦਾ। ਉਹਨੂੰ ਪਾਣੀ ਦੇ ਛਿੱਟੇ ਮਾਰੇ ਜਾਂਦੇ ਨੇ, ਨਿੰਬੂ ਪਿਆਇਆ ਜਾਂਦਾ ਹੈ, ਉਹ ਹੋਸ਼ ਵਿੱਚ ਆਉਂਦਾ ਹੈ। ਇਹੀ ਹਾਲ ਮੋਦੀ ਸਰਕਾਰ ਦੀ ਹੈ। ਇਹ ਰਾਜਸੀ ਮੱਧ ਅੰਦਰ, ਚੇਅਰ ਦੇ ਮੱਧ ਅੰਦਰ, ਔਰ ਅਡਾਨੀਆਂ ਅੰਬਾਨੀਆਂ ਦੀ ਦੌਲਤ ਦੇ ਮੱਧ ਅੰਦਰ ਮਦ ਹੋ ਚੁੱਕੇ ਨੇ। ਔਰ ਇਹ ਜਿਹੜਾ ਸੰਘਰਸ਼ ਹੈ ਇਹਨਾਂ ਨੂੰ ਹੋਸ਼ ਵਿੱਚ ਲਿਆ ਕੇ ਰਹੇ, ਦੇਰ ਲੱਗੇਗੀ ਪਰ ਹੋਸ਼ ਵਿੱਚ ਸਰਕਾਰ ਆਏਗੀ, ਇਸ ਕਾਨੂੰਨਾਂ ਨੂੰ ਵਾਪਸ ਲਏਗੀ। ਅਗਰ ਇਹੀ ਦ੍ਰਿੜਤਾ ਇਹਨਾਂ ਵਿੱਚ ਬਣੀ ਰਹੀ, ਜਿਹੜੀ ਦ੍ਰਿੜਤਾ ਅੱਜ ਦਿਖਾ ਰਹੇ ਨੇ ਹਰ ਜਿੰਨੇ ਵੀ ਅੰਦੋਲਨ ਚੱਲ ਰਹੇ ਨੇ, ਜਿਵੇਂ ਟਿਕਰੀ ਬਾਰਡਰ ਹੋ, ਗਾਜੀਪੁਰ ਬਾਰਡਰ ਹੋ ਗਿਆ, ਅਗਰ ਇਹੀ ਦ੍ਰਿੜਤਾ ਇਹਨਾਂ ਵਿੱਚ ਰਹੀ ਤੇ ਇਹ ਸਰਕਾਰ ਇੱਕ ਦਿਨ ਆਪਣੇ ਕਾਨੂੰਨ ਵਾਪਸ ਲਏਗੀ। ਔਰ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਪੈਣੇ ਆ ਔਰ ਲਏਗੀ। ਇਹ ਕਿਸਾਨ ਇੱਥੋਂ ਜਾਣ ਵਾਲੇ ਨਹੀਂ ਆ, ਜਿੰਨਾ ਇਹਨਾਂ ਨੂੰ ਬਾਹਰ ਦੀਆਂ ਸਟੇਟਾਂ ਦਾ ਉਸ ਚੀਜ਼ ਦੇ ਨਾਲ ਪ੍ਰਚਾਰਿਆ ਜਾ ਰਿਹਾ। ਦੁਸ਼ਪ੍ਰਚਾਰ ਵੀ ਇਸ ਤਰੀਕੇ ਦੇ ਨਾਲ ਹੋ ਰਿਹਾ ਕਿ ਕੋਈ ਕਦੇ ਕੋਈ ਖਾਲਿਸਤਾਨੀ ਕਹਿੰਦਾ ਹੈ, ਕਦੇ ਕੋਈ ਕਹਿੰਦਾ ਅੱਤਵਾਦੀ ਨੇ ਇਹ ਲੋਕ। ਤੁਹਾਨੂੰ ਕੀ ਨਜ਼ਰ ਆਇਆ ਇਸ ਤਰ੍ਹਾਂ ਦੇ ਪ੍ਰਚਾਰ ਚੋਂ? ਤੇ ਇੱਥੇ ਤੁਸੀਂ ਵਿਚਰੇ ਵੀ ਹੋਣੇ ਆ, ਲੋਕਾਂ ਨੇ ਵੀ ਜ਼ਿਕਰ ਕੀਤਾ ਹੋਣਾ, ਬਹੁਤ ਸਾਰੇ ਲੋਕ ਸਾਡੇ ਨਾਲ ਮਿਲਦੇ ਵੀ ਹੋਣੇ ਆ। ਕਿਸ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ ਤੇ ਕਿਹੋ ਜਿਹੇ ਲੋਕ ਨੇ? ਕਿਉਂਕਿ ਲਗਾਤਾਰ ਦੁਸ਼ਪ੍ਰਚਾਰ ਹੋ ਰਿਹਾ। ਸ਼ਾਹੀਨ ਬਾਗ ਦੇ ਵਿੱਚ ਜਦੋਂ ਪ੍ਰੋਟੈਸਟ ਕੀਤਾ ਸੀ, ਉਸ ਨੂੰ ਕਸ਼ਮੀਰ ਤੇ ਪਾਕਿਸਤਾਨ ਨਾਲ ਜੋੜ ਦਿੱਤਾ ਗਿਆ, ਤਾਂ ਹੁਣ ਇੱਥੇ ਕਿਸਾਨ ਆ ਕੇ ਬੈਠੇ ਆ, ਇਹਨਾਂ ਨੂੰ ਖਾਲਿਸਤਾਨ ਨਾਲ ਜੋੜਿਆ ਜਾ ਰਿਹਾ। ਬੇਨਤੀ ਹੈ ਵੀ ਇਹ ਜਿਹੜੇ ਇਹ ਗੱਲਾਂ ਨੇ ਨਾ, ਸਰਕਾਰ ਦੀ ਬੁਖਲਾਹਟ ਹੈ। ਆ ਜਿਹੜੇ ਕੇਸ ਕਰਨੇ, ਇਹ ਸਰਕਾਰ ਦੀ ਬੁਖਲਾਹਟ ਹੈ, ਇਹ ਬੁਖਲਾਹਟ ਦੀ ਪੈਦਾਇਸ਼ ਹੈ। ਔਰ ਜਿਹੜਾ ਗੋਦੀ ਮੀਡੀਆ ਉਹ ਇਹਨੂੰ ਪ੍ਰਚਾਰ ਰਿਹਾ। ਜਿਹੜੇ ਨਿਊਟਰਲ ਮੀਡੀਆ ਵਾਲੇ ਨੇ, ਕਦੀ ਉਹਨਾਂ ਦੇ ਮੁੱਖ ਤੋਂ ਗੱਲ ਸੁਣੀ ਆ ਵੀ ਇਹ ਅੱਤਵਾਦੀ ਨੇ? ਤੁਹਾਨੂੰ ਵਿਚਰਦਿਆਂ ਕਿੰਨੀ ਦੇਰ ਹੋ ਗਈ? ਮੈਂ ਤਕਰੀਬਨ ਰੋਜ਼ ਇੱਥੇ ਵਿਜ਼ਿਟ ਕਰਦਾ, ਮੈਨੂੰ ਕਿਤੇ ਕੋਈ ਅੱਤਵਾਦੀ ਮੂਵਮੈਂਟ ਨਹੀਂ ਮਿਲੀ। ਅੱਤਵਾਦੀ ਸ਼ਬਦ ਜੇ ਅਸੀਂ ਅੱਜ ਕਹਿ ਰਹੇ ਹਾਂ, ਇਹ ਵੀ ਸਰਕਾਰ ਦੀ ਦੇਣ। ਅਸੀਂ ਤਾਂ ਸ਼ਬਦ ਵੀ ਨਹੀਂ ਵਰਤਣਾ ਚਾਹੀਏ। ਵੱਲੋਂ ਨੋਟਿਸ ਭੇਜੇ ਜਾ ਰਹੇ ਆ। ਖਾਲਸਾ ਏਡ ਇੱਕ ਬਹੁਤ ਵੱਡੀ ਸੰਸਥਾ ਹੈ। ਖਾਲਸਾ ਏਡ ਵੀ ਲਗਾਤਾਰ ਪਹਿਲੇ ਦਿਨ ਤੋਂ ਇੱਥੇ ਸੇਵਾ ਕਰ ਰਹੀ ਹੈ। ਖਾਲਸਾ ਏਡ ਦੇ ਵਲੰਟੀਅਰ ਆ ਜਿਹੜੇ, ਉਹਨਾਂ ਨੂੰ ਵੀ ਨੋਟਿਸ ਪੇ ਆਏ ਆ। ਪਰ ਦੂਸਰੇ ਪਾਸੇ ਜੇ ਵਿਦੇਸ਼ਾਂ ਦੀ ਅਸੀਂ ਗੱਲ ਕਰੀਏ, ਵਿਦੇਸ਼ਾਂ 'ਚ ਵੀ ਖਾਲਸਾ ਏਡ ਕੰਮ ਕਰ ਰਹੀ ਹੈ, ਉੱਥੇ ਉਹਨਾਂ ਨੂੰ ਨੋਬਲ ਪੁਰਸਕਾਰ ਵਾਸਤੇ ਨੋਮੀਨੇਟ ਹੋਈ ਹੈ ਉਹ ਸੰਸਥਾ। ਹਾਂ, ਮੈਂ ਤੁਹਾਨੂੰ ਬੇਨਤੀ ਕਰਨੀ, ਉਹਦੇ ਨੋਬਲ ਪੁਰਸਕਾਰ ਖਾਲਸਾ ਏਡ ਨੂੰ ਮਿਲ ਰਿਹਾ ਹੈ। ਖਾਲਸਾ ਏਡ ਕੀ ਗੱਲ, ਖਾਲਸਾ ਏਡ ਨੇ ਇੱਥੇ ਆ ਕੇ ਸਹਾਇਤਾ ਕੀਤੀ ਹੈ? ਜਾਂ ਤੇ ਖਾਲਸਾ ਏਡ ਨੇ ਕੇਵਲ ਕਿਸਾਨਾਂ ਦੀ ਮੂਵਮੈਂਟ ਵਿੱਚ ਆ ਕੇ ਸਹਾਇਤਾ ਕੀਤੀ ਹੋਏ? ਉਹ ਕਿੱਥੇ ਵੀ ਖਾਲਸਾ ਏਡ ਗਈ? ਗੁਜਰਾਤ ਨਹੀਂ ਗਏ ਹੋ, ਜਿੱਥੇ ਦੰਗੇ ਹੋਏ ਉੱਥੇ ਨਹੀਂ ਗਏ ਹੋ, ਜਿੱਥੇ ਮੋਦੀ ਦੁਆਰਾ ਦੰਗੇ ਕੀ ਉੱਥੇ ਨਹੀਂ ਗਏ ਹੋ। ਅੱਜ ਉਹ ਇਹਨਾਂ ਕਿਸਾਨਾਂ ਲਈ ਖੜੇ ਹੋ ਗਏ ਤੇ ਖਾਲਸਾ ਏਡ ਵਾਲੇ ਅੱਤਵਾਦੀ ਹੋ ਗਏ। ਇਹ ਫੈਸਲਾ ਕਿਸੇ ਇੱਕ ਸਰਕਾਰ ਨੇ ਨਹੀਂ ਕਰਨਾ। ਜਿਹੜੇ ਫੈਸਲੇ ਨੇ ਉਹ ਚੇਅਰਾਂ ਤੇ ਬੈਠੇ ਲੋਕ ਨਹੀਂ ਕਰਦੇ,
ਲੋਕਾਂ ਦੇ ਦਿਲ ਫੈਸਲੇ ਕਰਦੇ ਨੇ ਵੀ ਕਿਹੜਾ ਬੰਦਾ ਕੀ ਹੈ। ਲੋਕਾਂ ਦੇ ਦਿਲਾਂ ਵਿੱਚੋਂ ਪੁੱਛ ਕੇ ਵੇਖੋ ਕਿ ਖਾਲਸਾ ਐਡ ਕੀ ਹੈ। ਇਹ ਤੁਹਾਡੇ ਕਹਿਣ ਨਾਲ ਜਾਂ ਗੋਦੀ ਮੀਡੀਆ ਦੇ ਕਹਿਣ ਨਾਲ ਖਾਲਸਾ ਐਡ ਨੇ ਅੱਤਵਾਦੀ ਨਹੀਂ ਬਣ ਜਾਣਾ। ਕੁਝ ਲੋਕ ਇਸ ਚੀਜ਼ ਦਾ ਵੀ ਜ਼ਿਕਰ ਕਰਦੇ ਕਿ ਸਾਨੂੰ ਗੋਦੀ ਮੀਡੀਆ ਕਿਉਂ ਕਿਹਾ ਜਾਂਦਾ। ਗੋਦੀ ਮੀਡੀਆ ਦਾ ਅਰਥ ਹੈ ਜਿਹੜੇ ਗੋਦ ਵਿੱਚ ਬਹਿ ਕੇ ਬੋਲਦੇ ਨੇ, ਜਿਹਦੀ ਭਾਸ਼ਾ ਬੋਲਦੇ ਨੇ। ਤੁਸੀਂ ਕੋਈ ਵੀ ਮੂਵਮੈਂਟ ਜਿਹੜੀ ਉੱਠੀ ਆ, ਇਹ ਜਿਹੜਾ ਗੋਦੀ ਮੀਡੀਆ 5-10 ਚੈਨਲ ਨੇ, ਇਹਨਾਂ ਨੇ ਉਸ ਉੱਠੀ ਹੋਈ ਮੂਵਮੈਂਟ ਦੀ ਕਦੀ ਹਮਾਇਤ ਕੀਤੀ? ਜਿੰਨੀਆਂ ਵੀ ਉੱਠੀਆਂ ਨੇ ਇਹਨਾਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ, ਕਿਉਂਕਿ ਇਹ ਵਿਕੇ ਹੋਏ ਨੇ। ਤੇ ਜਿਹੜਾ ਬੰਦਾ ਵਿਕ ਜਾਏ ਨਾ, ਉਹ ਆਪਣੀ ਸੁਤੰਤਰ ਸੋਚ ਨਹੀਂ ਰੱਖ, ਜਿਹੜਾ ਬੰਦਾ ਵਿਕ ਜਾਏ ਨਾ, ਉਹ ਆਪਣੀ ਸੁਤੰਤਰ ਸੋਚ ਨਹੀਂ ਰੱਖ ਸਕਦਾ। ਗੋਦੀ ਮੀਡੀਆ ਵਿਕਿਆ ਹੋਇਆ ਵਾ, ਔਰ ਇਹ ਆਪਣੀ ਸੁਤੰਤਰ ਸੋਚ ਜਾਂ ਜਿਹੜੀ ਰਿਐਲਿਟੀ ਹੈ ਇਹ ਲੋਕਾਂ ਦੇ ਸਾਹਮਣੇ ਰੱਖ ਹੀ ਨਹੀਂ ਸਕਦੇ। ਇਹਨਾਂ ਨੂੰ ਮੋਦੀ ਸਾਹਿਬ ਨੇ ਗੋਦੀ ਲਿਆ, ਤੇ ਮੋਦੀ ਨੂੰ ਗੋਦੀ ਲਿਆ ਅਡਾਨੀ ਨੇ, ਮੋਦੀ ਨੂੰ ਗੋਦੀ ਲਿਆ ਅਡਾਨੀ ਅੰਬਾਨੀ ਨੇ, ਤੇ ਮੀਡੀਆ ਨੂੰ ਗੋਦੀ ਲਿਆ ਹੈ ਮੋਦੀ ਜੀ ਨੇ। ਵੈਸੇ ਮੋਦੀ ਦਾ ਪਤਾ ਕੀ ਹੁੰਦਾ? ਭੰਡਾਰੀ। ਜੇ ਗੁਰਬਾਣੀ ਵਿੱਚ ਮੋਦੀ ਸ਼ਬਦ ਪੜਿਆ ਜਾਏ ਨਾ, ਮੋਦੀ ਦਾ ਦੇਣ ਵਾਲਾ, ਭੰਡਾਰੀ। ਪਰ ਇਹ ਮੋਦੀ ਹੈ, ਇਹ ਆਪਣੇ ਨਾਮ ਦੀ ਵਿਆਖਿਆ ਸਹੀ ਕਰ ਰਿਹਾ। ਜਿਵੇਂ ਔਰੰਗਜ਼ੇਬ ਸੀ ਨਾ, ਔਰੰਗਜ਼ੇਬ ਦਾ ਅਰਥ ਸੀ ਤਖਤ ਦਾ ਸ਼ਿੰਗਾਰ। ਜੇ ਸ਼ਬਦੀ ਅਰਥ ਔਰੰਗਜ਼ੇਬ ਦਾ ਕੀਤਾ ਜਾਏ ਨਾ, ਤੇ ਉਹਦਾ ਅਰਥ ਸੀ ਤਖਤ ਦਾ ਸ਼ਿੰਗਾਰ। ਪਰ ਕੀ ਔਰੰਗਜ਼ੇਬ ਤਖਤ ਦਾ ਸ਼ਿੰਗਾਰ ਸੀ? ਜਿੰਨਾ ਉਹਨੇ ਦਿੱਲੀ ਤਖਤ ਨੂੰ ਵਿਗਾੜਿਆ, ਹਿੰਦੁਸਤਾਨ ਦੇ ਤਖਤ ਨੂੰ, ਜਿੰਨਾ ਉਹਨੇ ਲਹੂ ਲੁਹਾਨ ਕੀਤਾ, ਲਹੂ ਨਾਲ ਨਵਾਇਆ, ਉਹਨੇ ਕਿਸੇ ਨਵਾਇਆ? ਜਿੰਨਾ ਔਰੰਗਜ਼ੇਬ ਨੇ ਭਰਾ ਮਾਰਿਆ, ਪਿਓ ਮਾਰਿਆ, ਭੈਣ ਮਾਰੀ, ਗੁਰੂ ਗੋਬਿੰਦ ਸਿੰਘ ਦੇ ਬੱਚੇ ਸ਼ਹੀਦ ਕੀਤੇ। ਅੱਜ ਇਹ ਕਹਿ ਰਿਹਾ ਮੋਦੀ ਦਾ ਤਾਂ ਵੰਡਣ ਵਾਲਾ, ਇਹ ਵੰਡਣ ਵਾਲਾ ਮੋਦੀ ਹੈ? ਕਿਤੇ ਨਸਲ ਹੁੰਦਾ, ਸਭ ਕੁਝ ਖੋਣ ਵਾਲਾ। ਔਰ ਹੈਰਾਨੀ ਦੀ ਗੱਲ ਆ, ਜਿਹੜਾ ਬੰਦਾ ਗ੍ਰਸਤੀ ਨਹੀਂ ਆ, ਜਿਹਦਾ ਕੋਈ ਧੀ ਪੁੱਤਰ ਨਹੀਂ ਆ, ਉਹਦੇ ਵਿੱਚ ਇਹੋ ਜਿਹਾ ਲਾਲਚ, ਇਹੋ ਜਿਹੀ ਪਕੜ, ਇਹ ਸਮਝ ਤੋਂ ਪਰੇ ਦੀ ਗੱਲ ਆ। ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਆ ਵੀ ਹੱਲ ਕੀ ਨਜ਼ਰ ਆ ਰਿਹਾ ਤੁਹਾਨੂੰ ਇਸ ਮਸਲੇ ਦਾ? ਇਹ ਹੱਲ ਨਿਕਲੇਗਾ, ਇਹ ਕਿਸਾਨਾਂ ਦੇ ਹੱਕ ਵਿੱਚ ਹੀ ਹੱਲ ਹੋਏਗਾ, ਕਿਉਂਕਿ ਮੋਦੀ ਸਰਕਾਰ ਵੀ ਜਾਣ ਚੁੱਕੀ ਆ, ਉਹਨਾਂ ਦੀ ਇੰਟੈਲੀਜੈਂਸ ਵੀ ਜਾਣ ਚੁੱਕੀ ਆ ਵੀ ਇਹ ਕਿਸਾਨ ਇੱਥੋਂ ਜਾਣ ਵਾਲੇ ਨਹੀਂ ਆ। ਕੇਵਲ ਪੰਜਾਬ ਦਾ ਕਿਸਾਨ ਹੁੰਦਾ ਨਾ, ਫਿਰ ਇਹ ਅੱਤਵਾਦੀ ਕਹਿ ਸਕਦੇ ਸੀ। ਆਖਰ ਕਿਹੜੀ ਸਟੇਟ ਦਾ ਕਿਸਾਨ ਆ ਜਿਹੜਾ ਇੱਥੇ ਨਹੀਂ ਪਹੁੰਚਿਆ, ਜਿਨ੍ਹਾਂ ਦੇ ਹੌਸਲੇ ਪਸਤ ਵੀ ਸੀ ਕਿਸਾਨਾਂ ਦੇ? ਤੁਸੀਂ ਵੀ ਜਿਹੜੀ ਚੀਜ਼ ਦਾ ਜ਼ਿਕਰ ਕਰ ਰਹੇ ਹੋ, ਗਿਆਨੀ ਹਰਪਾਲ ਸਿੰਘ ਜੀ ਨੇ, ਉਹ ਵੀ ਫਤਿਹਗੜ੍ਹ ਸਾਹਿਬ ਤੋਂ ਆਏ ਸੀ, ਉਹਨਾਂ ਨੇ ਵੀ ਸੇਮ ਇਹੀ ਗੱਲਾਂ ਦਾ ਜ਼ਿਕਰ ਕੀਤਾ ਸੀ। ਉਹ ਕਹਿੰਦੇ ਕਿ ਸਰਕਾਰ ਨੂੰ ਉਹ ਵੀ ਇਸ ਇਤਿਹਾਸ ਦੇ ਨਾਲ ਹੀ ਕੰਪੇਅਰ ਕਰਕੇ ਚੀਜ਼ਾਂ ਨੂੰ ਦਰਸਾ ਰਹੇ ਸੀ ਕਿ ਇਤਿਹਾਸ ਜਿਹੜਾ ਸਾਡਾ ਹੈ, ਕਿਉਂਕਿ ਇੱਥੇ ਵੀ ਕਿਸਾਨਾਂ ਨਾਲ ਜਿਨ੍ਹਾਂ ਨੇ ਵੀ ਗੱਲ ਕੀਤੀ ਵੀ ਇੰਨੀ ਠੰਡ ਦੇ ਵਿੱਚ ਵੀ ਇਹਨੇ ਬਾਕਮਾਲ ਹੌਸਲੇ ਨਾਲ ਤੁਸੀਂ ਡਟ ਕੇ ਬੈਠੇ ਹੋ। ਕਹਿੰਦੇ ਸਾਨੂੰ ਪਾਵਰ ਮਿਲਦੀ ਹੈ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ, ਕਿਉਂਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਸਭਾ ਹੁਣੇ ਥੋੜਾ ਦਿਨ ਪਹਿਲਾਂ ਸੀ, ਉਹ ਵੀ ਕਵਰ ਕਰਕੇ ਆਏ ਸੀਗੇ। ਉੱਥੇ ਵੀ ਗਿਆਨੀ ਹਰਪਾਲ ਸਿੰਘ ਜੀ ਉਹਨਾਂ ਨਾਲ ਗੱਲ ਹੋਈ ਸੀ, ਇੱਥੇ ਵੀ ਆਏ ਸੀਗੇ, ਇੱਥੇ ਵੀ ਸਟੇਜ ਦੇ ਉੱਪਰ ਵੀ ਆ ਕੇ ਕਥਾ ਕਰਕੇ ਗਏ ਨੇ। ਉਹ ਵੀ ਇਸੇ ਤਰ੍ਹਾਂ ਇਤਿਹਾਸ ਨੂੰ ਰਿਲੇਟ ਕਰਕੇ ਗਏ, ਮਤਲਬ ਇਤਿਹਾਸ ਦੁਹਰਾਉਂਦਾ ਚੀਜ਼ਾਂ ਨੂੰ, ਕਿਉਂਕਿ ਉਹ ਲੜਾਈ ਹੋਰ ਸੀ। ਲੜਾਈ ਇਹ ਵੀ ਇਹਨਾਂ ਦਿਨਾਂ ਦੇ ਵਿੱਚ ਸੀਗੀ, ਉਹ ਵੀ ਲੜਾਈ ਲੜੀ ਛੋਟੇ ਸਾਹਿਬਜ਼ਾਦਿਆਂ ਨੇ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ। ਪਰ ਅੱਜ ਵੀ ਉਸੇ ਤਰ੍ਹਾਂ ਹੀ ਇੱਕ ਸਲਤਨਤ ਦੇ ਖਿਲਾਫ ਕਿਸਾਨ ਡਟ ਕੇ ਖੜਾ ਇੰਨੀ ਠੰਡ ਦੇ ਵਿੱਚ। ਮੈਂ ਇਹਦਾ ਗੁਰਬਾਣੀ ਚੋਂ ਕੋਈ ਉਦਾਹਰਨ ਦੇ ਸਕਦਾ ਨਾ। ਦਿੱਲੀ ਦੀ ਧਰਤੀ ਤੇ ਬਾਬਾ ਨਾਮਦੇਵ ਨੂੰ ਗ੍ਰਿਫਤਾਰ ਕੀਤਾ ਗਿਆ ਮੁਹੰਮਦ ਬਿਨ ਤੁਗਲਕ ਵੱਲੋਂ, ਉਸ ਵੇਲੇ ਦਾ ਸਮਰਾਟ ਸੀ। ਸਾਨੂੰ ਇਹ ਦ੍ਰਿੜਤਾ ਕਿੱਥੋਂ ਮਿਲਦੀ ਹੈ, ਸਾਨੂੰ ਇਹ ਪਾਵਰ ਕਿੱਥੋਂ ਮਿਲਦੀ, ਸਾਨੂੰ ਊਰਜਾ ਕਿੱਥੋਂ ਮਿਲਦੀ ਹੈ ਜ਼ੁਲਮ ਦੇ ਖਿਲਾਫ ਲੜਨ ਦੀ? ਜਦ ਨਾਮਦੇਵ ਨੂੰ ਪਕੜਿਆ ਗਿਆ ਤੇ ਮੁਹੰਮਦ ਬਿਨ ਤੁਗਲਕ ਕਹਿ ਲੈਂਦਾ ਵੀ ਆ ਗਊ ਮਰੀ ਆ, ਇਹਨੂੰ ਜਿੰਦਾ ਕਰ। ਉਹ ਕਹਿੰਦਾ ਵੀ ਕਦੀ ਮਰਿਆ ਵੀ ਜਿੰਦਾ ਹੋਇਆ? ਨਾਮਦੇਵ ਕਹਿਣ ਲੱਗੇ ਕਿ ਮੁਹੰਮਦ ਬਿਨ ਤੁਗਲਕ ਕਦੀ ਕੋਈ ਮਰਿਆ ਵੀ ਜਿੰਦਾ ਹੋਇਆ? ਨਾਲੇ ਗਾਂ ਹੀ ਮੈਂ ਮਾਰੀ ਆ, ਰੱਬ ਨੇ ਮਾਰੀ ਆ, ਕਰ ਹੈਰਾਮ ਹੋਏ ਹੈ ਸੋਏ। ਜਦੋਂ ਬਾਬੇ ਨਾਮਦੇਵ ਨੇ ਇਹ ਗੱਲ ਕਹਿ ਦਿੱਤੀ, ਨਾਮਾ ਸੁਲਤਾਨੇ ਬੰਦ ਲਾ, ਨਾਮਦੇਵ ਨੂੰ ਦਿੱਲੀ ਦੇ ਬਾਦਸ਼ਾਹ ਨੇ ਬੰਨ ਲਿਆ, ਦੇਖੋ ਤੇਰਾ ਹਰ ਬੀਠਲਾ। ਅੱਗੇ ਕਹਿਣ ਲੱਗਾ ਬਿਸ਼ਮਲ ਗਊ ਦਿਓ ਜਵਾਏ, ਨਾਤਰ ਗਰਦਨ ਮਾਰੋ ਉਠਾਏ। ਨਾਮਦੇਵ ਕਹਿਣ ਲੱਗੇ ऐसी क्यों होए, बिस्मिल किया न जीवे कोई, कर है राम होए है सोए, बादशाह चढ़ियो हंकार। ये बहुत घट बादशाह होए है जिन्हां नूं बादशाहत मिली होए ते हंकार ना आया होए। उंगलां ते गिने जाण वाले बादशाह होए ने कि जिन्हां नूं चेयर मिली होए ते चेयर दा उन्हां नूं नशा ना होया होए। बादशाह चढ़ियो हंकार, कह लगा इस नामदेव नूं हाथी दे पैरां दे थल्ले दरड़ के मार दिओ। नामदेव अपने अकीदे ते दृढ़ सी भी गऊ मोई किदा मैं जिंदी कर सकदा। कह लगा गऊ जिंदी ना कर, तू इदा कर, एक बार
ਅੱਲਾ ਕਹਿ ਦੇ, ਮੈਂ ਤੇਰੀ ਜਾਨ ਦੀ ਖੁਲਾਸੀ ਕਰਦਾ। ਦ੍ਰਿੜਤਾ ਕਿੱਥੋਂ ਮਿਲਦੀ ਹੈ? ਨਾਮਦੇਵ ਕਹਿਣ ਲੱਗੇ ਮੈਂ ਅੱਲਾ ਨਹੀਂ ਉਹ ਕਹਿਣਾ। ਨਾਲ ਬਾਬਾ ਨਾਮਦੇਵ ਦੀ ਮਾਂ ਸੀ ਕੁਦਰਤੀ। ਜਦੋਂ ਨਾਮਦੇਵ ਦੀ ਮਾਂ ਨੇ ਵੇਖਿਆ ਕਿ ਮੇਰੇ ਬੱਚੇ ਨੂੰ ਪੈਰਾਂ, ਹਾਥੀ ਦੇ ਪੈਰਾਂ ਥੱਲੇ ਦਰੜੇ ਜਾਣ ਦੀ ਗੱਲ ਕਹੀ ਜਾ ਰਹੀ ਹੈ, ਗਰਦਨ ਕੱਟੀ ਜਾਣ ਦੀ ਗੱਲ ਕਹੀ ਜਾ ਰਹੀ ਹੈ, ਕਹਿਣ ਲੱਗੀ ਨਾਮਿਆ ਅੱਲਾ ਕਹਿ ਦੇ, ਕੀ ਮਜਬੂਰੀ ਹੈ ਤੇਰੀ? ਰਾਮ ਵੀ ਅੱਲਾ, ਰਾਮ ਵੀ ਉਹ, ਅੱਲਾ ਵੀ ਉਹ, ਤੂੰ ਕਹਿੰਦਾ ਨਹੀਂ ਸੀ ਮੈਨੂੰ? ਨਾਲ ਤੇਰਾ ਹੀ ਬਚਨ ਹੈ, ਕਰੀਮਾ ਰਹੀਮਾ ਅੱਲਾ ਤੂੰ ਗਨੀ। ਗੁਰੂ ਗ੍ਰੰਥ ਸਾਹਿਬ 'ਚ ਤੇਰਾ ਬਚਨ ਹੈ ਨਾ, ਬਾਬਾ ਨਾਮਦੇਵ ਜੀ ਦਾ ਬਚਨ ਹੈ ਤਲੰਗ ਰਾਗ ਅੰਦਰ। ਉਹਨਾਂ ਅੱਲਾ ਵੀ ਕਿਹਾ, ਰਾਮ ਵੀ ਕਿਹਾ, ਇੱਥੇ ਕਹਿ ਦੇ। ਕਹਿਣ ਲੱਗਾ ਮਾਂ ਮੈਂ ਇੱਥੇ ਨਹੀਂ ਉਹ ਕਹਿਣਾ। ਕਹਿਣ ਲੱਗੇ ਇੱਥੇ ਕੀ ਮਜਬੂਰੀ ਹੈ? ਇੱਥੇ ਧੱਕੇ ਨਾਲ ਰਖਵਾਉਣਾ ਚਾਹੁੰਦਾ ਹੈ, ਮੈਨੂੰ ਧੱਕਾ ਮਨਜ਼ੂਰ ਨਹੀਂ ਹੈ। ਬਾਬਾ ਨਾਮਦੇਵ ਦੀ ਮਾਂ ਕਹਿਣ ਲੱਗੀ ਜੇ ਤੂੰ ਨਹੀਂ ਕਹਿਣਾ ਤੇ ਮੈਂ ਚਲੇ ਜਾਵਾਂਗੀ ਤੇ ਤੈਨੂੰ ਛੱਡ ਕੇ। ਤੇ ਨਾਮਦੇਵ ਇੰਨਾ ਦ੍ਰਿੜ ਸੀ ਵੀ ਗਲਤ ਗੱਲ ਮਾਂ ਨੇ ਵੀ ਕਹੀ। ਕਹਿਣ ਲੱਗਾ ਨਾ ਹੋ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਂ ਹੈ, ਮੈਂ ਤੇਰਾ ਬੱਚਾ ਹੀ ਨਹੀਂ। ਅਗਰ ਮੇਰੇ ਅਕੀਦੇ ਤੋਂ ਮੇਰੀ ਮਾਂ ਵੀ ਮੈਨੂੰ ਡਲਾਏਗੀ ਤੇ ਮੇਰੀ ਮਾਂ ਨਹੀਂ ਹੋਏਗੀ। ਇਹ ਦ੍ਰਿੜਤਾ ਸਾਨੂੰ ਗੁਰੂ ਕੀ ਬਾਣੀ ਵਿੱਚੋਂ ਮਿਲਦੀ ਹੈ। ਇਸੇ ਦਿੱਲੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਦਾ ਦਿਲ ਕੱਢ ਕੇ ਮੂੰਹ ਵਿੱਚ ਰੱਖਿਆ ਗਿਆ, ਪਰ ਡੋਲੇ। ਇਸ ਤੋਂ ਵੱਡਾ ਦੁੱਖ ਕੀ ਹੋਏਗਾ ਵੀ 4 ਸਾਲ ਦਾ ਬੱਚਾ ਅੱਖਾਂ ਦੇ ਸਾਹਮਣੇ ਉਹਦੇ ਖੱਬੇ ਬੰਨੇ ਛੁਰੀ ਮਾਰ ਕੇ ਦਿਲ ਕੱਢਿਆ ਗਿਆ। ਦਿਲ ਕੱਢ ਕੇ ਛੁਰੀ ਵਿੱਚ ਟੰਗ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਦਿੱਤਾ ਗਿਆ। ਉਹਨੂੰ ਕਿਹਾ ਸੀ ਵੀ ਜੇ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਆ ਨਾ ਤੇ ਮੈਂ ਤੈਨੂੰ ਤਾਂ ਸਿੱਖ ਮੰਨਾਂਗਾ ਜੇ ਤੂੰ ਆਪਣੇ ਬੱਚੇ ਦਾ ਦਿਲ ਆਪਣੇ ਦੰਦਾਂ ਥੱਲੇ ਲੈ। ਇਸੇ ਦਿੱਲੀ ਵਿੱਚ ਬਾਬੇ ਨਾਮਦੇਵ ਨੇ ਆਪਣੇ ਬੱਚੇ ਦਾ ਦਿਲ ਦੰਦਾਂ ਥੱਲੇ ਲਿਆ। ਸਾਨੂੰ ਇੱਥੋਂ ਦ੍ਰਿੜਤਾ ਮਿਲਦੀ ਹੈ, ਸਾਨੂੰ ਇੱਥੋਂ ਪਾਵਰ ਮਿਲਦੀ ਹੈ। ਆਹ ਦਿੱਲੀ ਦੇ ਰੋਡਾਂ ਪਹਿਲੀ ਵਾਰ ਕਵਰ ਨਹੀਂ ਹੋਈਆਂ। ਜਦੋਂ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਗਿਆ, ਉਸ ਵਕਤ 700 ਸਿੱਖਾਂ ਦੀਆਂ ਜਿਹੜੀਆਂ ਧੌਣਾਂ ਸਨ, ਗਰਦਨਾਂ ਸਨ, ਉਹ ਕੱਟ ਕੇ ਨੇਜਿਆਂ ਤੇ ਟੰਗੀਆਂ ਹੋਈਆਂ ਸਨ। ਸਿੱਖ ਤੇ ਉਦੋਂ ਨਾ ਡੋਲੇ, ਨਾ ਲਾਲਚ ਨਾਲ ਡੋਲੇ, ਨਾ ਮੌਤ ਨੂੰ ਡਰਾ ਸਕੀ। ਇੱਥੇ ਫਿਰ ਵੀ ਲੋਕਾਂ ਦੀ ਸਪੋਰਟ ਮਿਲ ਰਹੀ ਹੈ, ਲੰਗਰ ਮਿਲ ਰਹੇ ਨੇ। ਤੁਹਾਡੇ ਹਿਸਾਬ ਦੇ ਨਾਲ ਕਦੋਂ ਤੱਕ, ਮੇਰਾ ਆਖਰੀ ਸਵਾਲ, ਕਦੋਂ ਤੱਕ ਇਸ ਦਾ ਨਤੀਜਾ ਨਿਕਲੂਗਾ? ਕੀ ਲੱਗ ਰਿਹਾ ਤੁਹਾਨੂੰ? ਕਿਉਂਕਿ ਲੋਕਾਂ ਦੇ ਨਾਲ ਵੀ ਚਰਚਾ ਹੁੰਦੀ ਹੋਣੀ ਹੈ, ਸੰਗਤਾਂ ਨਾਲ ਵੀ ਚਰਚਾ ਹੁੰਦੀ ਹੋਣੀ ਹੈ, ਕੀ ਲੱਗ ਰਿਹਾ ਤੁਹਾਨੂੰ? ਬਸ ਕੁਝ ਦੇਣਾ, ਬਹੁਤਾ ਲੰਮਾ ਨਹੀਂ ਚੱਲੇਗਾ। ਇਹ ਇਹਨਾਂ ਦੇ ਕਿਸਾਨਾਂ ਦੇ ਹੱਕ ਵਿੱਚ ਹੀ ਰਿਜ਼ਲਟ ਆਉਣ ਵਾਲਾ। ਵਾਹਿਗੁਰੂ ਜੀ ਕਾ ਖਾਲਸਾ। ਭਾਈ ਬਚਿੱਤਰ ਸਿੰਘ ਭਾਮੜੀ ਜੀ ਸਾਡੇ ਨਾਲ ਮੌਜੂਦ ਸਨ, ਗੁਰਦੁਆਰਾ ਸੀਸਗੰਜ ਸਾਹਿਬ ਦੇ ਹੈੱਡ ਗ੍ਰੰਥੀ ਨੇ। ਇਹਨਾਂ ਦੇ ਨਾਲ ਗੱਲ ਹੋਈ ਹੈ, ਕਹਿੰਦੇ ਕਿ ਸੰਗਤਾਂ ਸਬਰ ਕਰਕੇ ਬੈਠੀਆਂ ਨੇ। ਇੱਥੇ ਸਬਰ ਦਾ ਬੰਨ ਦੇਖਣ ਵਾਲਾ ਹੈ ਕਿ ਸਬਰ ਕਰਕੇ ਸੰਗਤਾਂ ਇੱਥੇ ਬੈਠੀਆਂ ਨੇ। ਇੰਨਾ ਵੱਡਾ ਸਬਰ, ਇੰਨਾ ਵੱਡਾ ਜ਼ੇਰਾ ਕਰਕੇ ਬੈਠੀਆਂ ਨੇ। ਪਰ ਨਾਲ ਹੀ ਇਹਨਾਂ ਨੇ ਕਿਹਾ ਕਿ ਉਮੀਦ ਹੈ ਕਿ ਜਲਦੀ ਇਸ ਮਸਲੇ ਦਾ ਹੱਲ ਨਿਕਲੇਗਾ। ਕਿਸਾਨਾਂ ਦੇ ਪੱਖ ਦੇ ਵਿੱਚ ਇਸ ਮਸਲੇ ਦਾ ਹੱਲ ਨਿਕਲਦਾ ਹੋਇਆ ਨਜ਼ਰ ਆਉਂਦਾ ਹੈ ਇਹਨਾਂ ਨੂੰ। ਪਰ ਦੇਖਣਾ ਇਹ ਹੈ ਕਿ ਕਿਸਾਨ ਤਾਂ ਕਹਿੰਦੇ ਸੀ 6-6 ਮਹੀਨੇ ਦਾ ਰਾਸ਼ਨ ਲੈ ਕੇ ਆਏ ਆ, ਹੋਰ ਰਾਸ਼ਨ ਇੱਕ ਫੋਨ ਕਾਲ ਕਰਨੀ ਹੈ ਤਾਂ ਹੋਰ ਰਾਸ਼ਨ ਆ ਜਾਏਗਾ। ਪਰ ਅੰਦੋਲਨ ਕਿੰਨਾ ਲੰਬਾ ਚੱਲਦਾ ਹੈ ਦੇਖਣਾ ਹੋਏਗਾ। ਪਰ ਸਰਕਾਰ ਅਜੇ ਵੀ ਅੜੀ ਹੋਈ ਹੈ ਉਸ ਇੱਕ ਗੱਲ ਤੇ। ਦੇਖਣਾ ਇਹ ਹੈ ਕਿ ਸਰਕਾਰ ਦਾ ਮਨ ਕਦੋਂ ਬਦਲਦਾ, ਕਦੋਂ ਇਹ ਕਾਨੂੰਨ ਰੱਦ ਹੁੰਦੇ ਤੇ ਕਦੋਂ ਕਿਸਾਨ ਵਾਪਸ ਆਪਣੇ ਘਰ ਪਰਤਦੇ ਆ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਸਿੰਘੂ ਬਾਰਡਰ, ਦਿੱਲੀ।